ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਜੁੜ ਕੇ ਬੈਠ ਕੇ ਗੁਰਬਾਣੀ ਜੀ ਦੇ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਕੁਝ ਸਮਾਂ ਆਪਾਂ ਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰਨਾ ਹੈ। ਸਾਰੀ ਸੰਗਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਕਥਾ, ਮੁਬਾਰਕ ਕਥਾ ਆਪਾਂ ਨੇ ਸਰਵਣ ਕਰਨੀ ਹੈ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪ ਜੀ ਸਰਵਣ ਕਰ ਰਹੇ ਹੋ। ਬੜੀਆਂ ਖੁਸ਼ੀਆਂ ਵਾਲਾ, ਬੜੇ ਚਾਅ ਵਾਲਾ ਪ੍ਰਸੰਗ ਕਥਾ ਦੇ ਵਿੱਚ ਸੰਗਤ ਦੀ ਆਪ ਜੀ ਸਰਵਣ ਕਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲ ਰੂਪ ਵਿੱਚ ਹਨ। ਉਹਨਾਂ ਦਾ ਵਿਆਹ ਨਰਾਇਣ ਦਾਸ ਜੀ ਦੀ ਪੁੱਤਰੀ ਮਾਤਾ ਦਮੋਦਰੀ ਜੀ ਦੇ ਨਾਲ ਡੱਲੇ ਪਿੰਡ ਵਿੱਚ ਹੋਣਾ ਨਿਯਤ ਹੋਇਆ ਜੀ। 10 ਮਾਘ ਦੇ ਦਿਨ ਜੀ, ਮਾਘ ਸੁਦੀ 10 ਮਾਘ ਤਰੀਕ ਹੈ। ਤੁਸੀਂ ਸੁਣਿਆ ਬਰਾਤ ਤੁਰੀ ਹੈ। ਬੜੇ ਬੜੇ ਵੱਡੇ ਗੁਰਮੁਖ ਮਹਾਂਪੁਰਖ ਉਸ ਬਰਾਤ ਦੇ ਵਿੱਚ ਸ਼ਾਮਲ ਨੇ। ਸਾਰੇ ਆਪਣੇ ਧਨ ਭਾਗ ਜਾਣਦੇ ਆ ਜੀ।
ਪਹਿਲਾਂ ਅੰਮ੍ਰਿਤਸਰ ਤੋਂ ਥੋੜੀ ਦੂਰ ਅੱਗੇ ਜਾ ਕੇ ਬਰਾਤ ਰੁਕ ਗਈ, ਉੱਥੇ ਰਾਤ ਰਹੇ ਆ। ਅਗਲੇ ਦਿਨ ਫਿਰ ਬਰਾਤ ਤੁਰੀ, ਖਡੂਰ ਸਾਹਿਬ ਦੇ ਲਾਗੇ ਪਹੁੰਚੀ ਜੀ। ਰਸਤੇ ਦੇ ਵਿੱਚ ਬੜੇ ਬੜੇ ਮੰਗਤੇ ਮਿਲਦੇ ਆ, ਮੰਗਣ ਵਾਲੇ ਮਿਲਦੇ ਆ। ਗੁਰੂ ਅਰਜਨ ਦੇਵ ਜੀ ਸਭ ਨੂੰ ਹੀ ਨਿਹਾਲ ਕਰਦੇ ਆ, ਕਿਸੇ ਨੂੰ ਵੀ ਖਾਲੀ ਨਹੀਂ ਜਾਣ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਨੂੰ ਸਤਿਗੁਰੂ ਜੀ ਖਾਲੀ ਨਹੀਂ ਜਾਣ ਦਿੰਦੇ। ਮਹਾਰਾਜ ਸਭਨਾਂ ਨੂੰ ਨਿਹਾਲ ਕਰਦੇ, ਸਭਨਾਂ ਤੇ ਬਖਸ਼ਿਸ਼ਾਂ ਕਰਦੇ ਆ ਜੀ। ਭਾਈ ਸਾਹਿਬ ਭਾਈ ਦਾਤੂ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਪੁੱਤਰ, ਉਹਨਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਬਰਾਤ ਸਾਡੇ ਨਗਰ ਵਿੱਚ ਆਈ ਹੈ, ਮਹਾਰਾਜ ਮੈਂ ਬਰਾਤ ਦੀ ਸੇਵਾ ਕਰਨੀ ਚਾਹੁੰਦਾ ਹਾਂ। ਖੂਬ ਬਰਾਤ ਦੀ ਸੇਵਾ ਕੀਤੀ। ਇੱਕ ਰਾਤ ਫਿਰ ਬਰਾਤ ਖਡੂਰ ਸਾਹਿਬ ਵਿੱਚ ਰਹੀ ਜੀ। ਤੁਸੀਂ ਸੁਣਿਆ ਖਡੂਰ ਸਾਹਿਬ ਵਿੱਚ ਬੜੀਆਂ ਹੀ ਮਠਿਆਈਆਂ, ਚਾਹ, ਆਨੰਦ ਮੰਗਲ ਕੀਤੇ ਗਏ ਹੈ। ਉਹ ਕਥਾ ਪ੍ਰਸੰਗ ਤੁਸਾਂ ਨੇ ਸੁਣਿਆ ਸੰਗਤ ਜੀ। ਗੱਜ ਕੇ ਆਖੋ ਵਾਹਿਗੁਰੂ। ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਵੀ ਤੁਸੀਂ ਸੁਣੀ। ਮਹਾਰਾਜ ਖਡੂਰ ਸਾਹਿਬ ਸਾਰੇ ਅਸਥਾਨਾਂ ਤੇ ਨਮਸਕਾਰ ਕਰਕੇ ਗੋਇੰਦਵਾਲ ਸਾਹਿਬ ਪਹੁੰਚੇ ਜੀ। ਅਗਲੇ ਦਿਨ ਬਰਾਤ ਤੁਰੀ, ਗੋਇੰਦਵਾਲ ਸਾਹਿਬ ਪਹੁੰਚੀ। ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਮਿਲੇ ਹੈ, ਬਰਾਤ ਦੀ ਸੁੱਖ ਸਾਂਦ ਪੁੱਛੀ ਹੈ। ਮਹਾਰਾਜ ਨੇ ਬੜੇ ਪ੍ਰੇਮ ਵਾਲੇ ਬਚਨ ਬਾਬਾ ਮੋਹਨ ਜੀ ਦੇ ਨਾਲ ਕੀਤੇ ਜੀ। ਗੋਇੰਦਵਾਲ ਸਾਹਿਬ ਤੋਂ ਅੱਗੇ ਬਰਾਤ ਨੇ ਦਰਿਆ ਪਾਰ ਕੀਤਾ ਜੀ। ਦਰਿਆ ਪਾਰ ਕਰਕੇ ਥੋੜੀ ਅੱਗੇ ਜਾ ਕੇ ਬਰਾਤ ਸੁਲਤਾਨਪੁਰ ਲੋਧੀ ਪਹੁੰਚੀ ਹੈ ਜੀ। ਸੁਲਤਾਨਪੁਰ ਲੋਧੀ ਉਹ ਮਹਾਨ ਪਵਿੱਤਰ ਅਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਦਾ ਘਰ ਹੈ ਜੀ। ਧੰਨ ਧੰਨ ਬੇਬੇ ਨਾਨਕੀ ਜੀ ਦਾ ਘਰ ਜੀ। ਮਹਾਰਾਜ ਉੱਥੇ ਲੰਮਾ ਸਮਾਂ ਸੱਚੇ ਪਾਤਸ਼ਾਹ ਸੁਲਤਾਨਪੁਰ ਲੋਧੀ ਵਿੱਚ ਰਹੇ ਹੈ। ਉੱਥੇ ਹੀ ਦਾਤਣ ਲਾਇਆ ਸੀ, ਉਹਦੀ ਅੱਜ ਬੇਰੀ ਬਣੀ ਹੋਈ ਹੈ। ਸੰਗਤ ਜੀ ਉਸ ਬੇਰ ਸਾਹਿਬ ਦੇ ਦਰਸ਼ਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਨੂੰ ਕਰਵਾਏ ਜੀ। ਸੁਲਤਾਨਪੁਰ ਸਾਹਿਬ ਦੇ ਜਿੰਨੇ ਅਸਥਾਨ ਨੇ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਾਏ। ਰਾਤ ਫਿਰ ਬਰਾਤ ਕਿੱਥੇ ਰਹੀ ਹੈ? ਸੁਲਤਾਨਪੁਰ ਲੋਧੀ ਦੇ ਵਿੱਚ ਰਹੀ ਹੈ। ਸੋ ਹੁਣ ਅੱਗੋਂ ਸੰਗਤ ਜੀ ਆਪਾਂ ਕਥਾ ਸਰਵਣ ਕਰਨੀ ਹੈ। ਅੱਜ ਬਰਾਤ ਪਹੁੰਚੇਗੀ, ਕੱਲ ਵਿਆਹ ਵਾਲਾ ਪ੍ਰਸੰਗ ਆਏਗਾ ਜੀ। ਕੱਲ ਨੂੰ ਨਵੇਂ ਕੱਪੜੇ ਪਾ ਕੇ ਫੱਬ ਸੱਜ ਧੱਜ ਕੇ ਆਇਓ, ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀ ਕਥਾ ਆਏਗੀ ਕੱਲ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਚਾਅ ਦੇ ਨਾਲ ਆਪਾਂ ਕਥਾ ਵੀ ਸੁਣਾਂਗੇ, ਨਾਲੇ ਵੇਸਣ ਦੇ ਤੇ ਬੂੰਦੀ ਦੇ ਲੱਡੂ ਛਕਾਂਗੇ ਜੀ। ਹਾਂਜੀ, ਸੰਗਤ ਟੀਵੀ ਵੱਲੋਂ, ਗੁਰਮੁਖ ਪਿਆਰਿਆਂ ਵੱਲੋਂ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਵਿਆਹ ਦੀ ਕਥਾ ਦੀ ਖੁਸ਼ੀ ਵਿੱਚ ਵਧੀਆ ਲੱਡੂ ਛਕਾਏ ਜਾਣਗੇ ਕੱਲ ਜੀ। ਹੁਣ ਆਪਾਂ ਕਥਾ ਸਰਵਣ ਕਰੀਏ, ਪਿਆਰ ਦੇ ਨਾਲ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕਰ ਖਾਨ ਪਾਨ ਮਿਸ਼ਟਾਨ ਆਦ। ਮਠਿਆਈਆਂ ਛਕਾਈਆਂ ਗਈਆਂ ਜੀ। ਪ੍ਰਸ਼ਾਦਾ ਪਾਣੀ ਸੰਗਤ ਨੂੰ ਛਕਾਇਆ ਗਿਆ ਸੁਲਤਾਨਪੁਰ ਲੋਧੀ ਦੀ ਧਰਤੀ ਤੇ। ਹਾਂਜੀ, ਨਰ ਭਏ ਸੁਪਤ ਪਰ ਸਾਹੇ ਲਾਦ। ਸਾਰੇ ਮਨੁੱਖ ਆਰਾਮ ਕਰਨ ਲੱਗ ਪਏ ਤੇ ਬੜੇ ਖੁਸ਼ ਨੇ। ਤੁਸੀਂ ਸੁਣਿਆ, ਮੇਰਾ ਜੀ ਕਰਦਾ ਬਾਰ-ਬਾਰ ਉਹਨਾਂ ਸਿੱਖਾਂ ਦੇ ਨਾਮ ਲਵਾਂ ਜੀ। ਬਾਬਾ ਬੁੱਢਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਭਾਈ ਸ਼ਾਲੋ ਜੀ, ਭਾਈ ਉਮਰਾ ਸ਼ਾਹ ਜੀ, ਭਾਈ ਕਲਿਆਣਾ ਜੀ, ਬਾਬਾ ਜੀ ਬਾਬਾ ਮਹਾਦੇਵ ਜੀ, ਭਾਈ ਕ੍ਰਿਸ਼ਨ ਚੰਦ ਜੀ, ਬਾਬਾ ਦਾਤੂ ਜੀ, ਬਾਬਾ ਮੋਹਰੀ ਜੀ, ਭਾਈ ਸੰਸਰਾਮ ਜੀ, ਭਾਈ ਸੁੰਦਰ ਜੀ। ਇਹ ਸਾਰੇ ਹੀ ਮਹਾਂਪੁਰਖ ਬਰਾਤ ਵਿੱਚ ਸ਼ਾਮਲ ਨੇ ਜੀ। ਤੇ ਸਿੱਖਾਂ ਦੀ ਤੇ ਗਿਣਤੀ ਕੋਈ ਨਹੀਂ ਹੈਗੀ ਜੀ।
ਇਹਨਾਂ ਗੁਰਸਿੱਖਾਂ ਦਾ ਨਾਮ ਲੈਣ ਦੇ ਨਾਲ ਨਾ ਜੀ ਬੜੀ ਪ੍ਰਾਪਤੀ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਮੇਰਾ ਅੰਦਰ ਦਾ ਜੀ ਕਰਦਾ ਵੀ ਬਾਰ-ਬਾਰ ਇਹਨਾਂ ਸਿੱਖਾਂ ਦੇ ਨਾਮ ਲੈ ਲੈ ਕੇ ਤੁਹਾਨੂੰ ਸੁਣਾਵਾਂ ਜੀ। ਹਾਂਜੀ, ਸਾਰੇ ਬੜੀ ਖੁਸ਼ੀ ਦੇ ਨਾਲ ਸਭਨਾਂ ਨੇ ਆਰਾਮ ਕੀਤਾ। ਉੱਠ ਕੇ ਪ੍ਰਭਾਤ ਸਭ ਹਰਖ ਧਾਰ, ਅਗਲੇ ਦਿਨ ਸਾਰੇ ਉੱਠੇ, ਬੜੀ ਖੁਸ਼ੀ ਉੱਠੇ। ਪਹਿਰੇ ਸੋਬੇ ਭੂਖਨ ਬਸਨ ਚਾਰ, ਤੇ ਸੰਗਤ ਜੀ ਗੁਰੂ ਦਰਬਾਰ ਸੱਜਿਆ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਜੀ। ਦਰਬਾਰ ਸੱਜਿਆ, ਸਾਰਿਆਂ ਨੇ ਨਵੇਂ ਕੱਪੜੇ ਪਾਏ ਜੀ, ਨਵੇਂ ਕੱਪੜੇ ਜੀ। ਕਿਉਂ? ਉਹਦਾ ਕਾਰਨ ਹੈ ਹਾਂਜੀ, ਵਾਹਨ ਸਜਾਏ ਨਿਜ ਨਿਜ ਬਡੇਰ। ਸਾਰੇ ਆਪਸ ਵਿੱਚ ਕਹਿੰਦੇ ਅੱਜ ਢੁਕਾ ਹੋ ਜਾਏਗਾ ਬਰਾਤ ਦਾ, ਅੱਜ ਡੱਲੇ ਪਿੰਡ ਪਹੁੰਚ ਜਾਣਾ ਅਸੀਂ ਜੀ। ਹਾਂਜੀ, ਵਾਹਨ ਜਿਹੜੇ ਗੱਡੇ ਆ ਉਹ ਸਜਾਏ ਗਏ ਨੇ ਚੰਗੇ ਤਰੀਕੇ ਨਾਲ ਜੀ। ਹਾਂਜੀ, ਹੋਏ ਹੈ ਢੁਕਾਓ ਮੁਖ ਕਹਿਤ ਟੇਰ। ਤੇ ਸੰਗਤ ਜੀ ਪਤਾ ਸਾਰੇ ਕੀ ਕਹਿੰਦੇ ਆ? ਆਪਸ ਚ ਗੱਲਾਂ ਕਰਦੇ ਕਹਿੰਦੇ ਅੱਜ ਪਹੁੰਚ ਜਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਤੁਰੇ ਇੱਕ ਰਾਤ ਅੰਮ੍ਰਿਤਸਰ ਤੋਂ ਅੱਗੇ ਰਹੇ ਜੀ, ਇੱਕ ਰਾਤ ਖਡੂਰ ਸਾਹਿਬ ਰਹੇ ਜੀ, ਇੱਕ ਰਾਤ ਸੁਲਤਾਨਪੁਰ ਲੋਧੀ ਰਹੇ ਜੀ। ਹਾਂਜੀ, ਤੇ ਹੁਣ ਅੱਜ ਕਹਿਣ ਲੱਗੇ ਪਹੁੰਚਾਂਗੇ ਡੱਲੇ ਪਿੰਡ ਵਿੱਚ ਜੀ। ਹਾਂਜੀ, ਸਭ ਚੜੇ ਬਜਤ ਬਾਜੇ ਉਦਾਰ। ਤੇ ਫਿਰ ਸਭ ਚੜੇ ਬਜਤ ਬਾਜੇ ਉਦਾਰ। ਸਾਰੇ ਆਪਣੇ ਆਪਣੇ ਰੱਥਾਂ ਤੇ ਚੜ ਗਏ, ਬੜੇ ਵਾਜੇ ਵੱਜ ਰਹੇ ਹਨ। ਤੁਰਰੀ ਨਫੀਰ ਧੌਂਸਾ ਤੁਕਾਰ। ਤੁਰਰੀਆਂ ਨਫੀਰਾਂ ਧੌਂਸੇ ਭਾਵ ਨਗਾਰੇ ਵੱਜ ਰਹੇ ਆ। ਬਰਾਤ ਆਰੰਭ ਹੋਣ ਲੱਗੀ, ਤੁਰਨ ਲੱਗੀ ਆ ਸੁਲਤਾਨਪੁਰ ਲੋਧੀ ਤੋਂ। ਡਫ ਪਵਨ ਪਟ ਰਹੇ ਮੁਰਲੀ ਬਜੰਤ। ਡੱਫਾ, ਤੰਬੂਰੇ, ਨਗਾਰੇ, ਮੁਰਲੀਆਂ ਵੱਜ ਰਹੀਆਂ ਹਨ। ਵੱਡ ਸ਼ੁਤਰਨ ਪਰ ਸੁਥਰੀ ਚਲੰਤ। ਊਂਠਾਂ ਦੇ ਉੱਤੇ ਲੱਦੇ ਹੋਏ ਨਗਾਰੇ ਜਿਹੜੇ ਆ ਉਹ ਵੀ ਵੱਜ ਰਹੇ ਆ। ਸਾਧ ਸੰਗਤ ਜੀ, ਬੜਾ ਇੱਕਦਮ ਕੁਲਾਹਲ ਖੁਸ਼ੀਆਂ ਵਾਲਾ ਮਾਹੌਲ ਬਣ ਗਿਆ ਜੀ ਜਦੋਂ ਵਾਜੇ ਵੱਜੇ ਜੀ। ਹਾਂਜੀ, ਸਯੰਦਨ ਧਵਾਏ ਕੋਰਨ ਕੋਧਾਏ। ਜਿਹੜੇ ਚੰਗੇ ਅਸਵਾਰ ਨੇ ਉਹ ਸੰਗਤ ਦੀ ਆਪਣੇ ਰੱਥ ਚਲਾ ਰਹੇ ਆ, ਘੋੜਿਆਂ ਨੂੰ ਕੁਦਵਾ ਰਹੇ ਆ। ਹਾਂਜੀ, ਬਹਿਲਨ ਚਲਾਏ ਘੁੰਗਰੂ ਬਜਾਏ। ਗੱਜ ਕੇ ਆਖੋ। ਤੇ ਸੰਗਤ ਜੀ ਗਲ ਵਿੱਚ ਘੁੰਗਰੂ ਬੱਧੇ ਹੋਏ ਨੇ ਬੈਲਾਂ ਦੇ ਜੀ, ਉਹ ਵੀ ਵੱਜ ਰਹੇ ਆ, ਖੜਕਾ ਹੋ ਰਿਹਾ। ਹਾਂਜੀ, ਇਮ ਮਚਿਓ ਕੁਲਾਹਲ ਧੁਨ ਬਿਲੰਦ। ਇਸ ਤਰੀਕੇ ਨਾਲ ਖੁਸ਼ੀਆਂ ਦੀਆਂ ਧੁਨਾਂ ਵੱਜ ਰਹੀਆਂ ਨੇ ਜੀ। ਹਾਂਜੀ, ਗਮਨੈ ਸੋ ਪੰਥ ਧਰ ਧਰ ਆਨੰਦ। ਸਾਰੇ ਬੜੀ ਖੁਸ਼ੀ ਨਾਲ, ਬੜੇ ਚਾਅ ਦੇ ਨਾਲ ਆਪਣੇ ਰਸਤੇ ਤੇ ਤੁਰੇ ਜਾ ਰਹੇ ਜੀ। ਹਾਂਜੀ, ਤਬ ਗਏ ਸਰਬ ਪਹੁੰਚੈ ਸੋ ਜਾਏ। ਅਧ ਕੋਸ ਗ੍ਰਾਮ ਡੱਲਾ ਰਹਾਏ। ਤੇ ਸੁਲਤਾਨਪੁਰ ਲੋਧੀ ਤੋਂ ਥੋੜੇ ਕੋਹ ਦੇ ਉੱਤੇ ਹੀ ਡੱਲਾ ਪਿੰਡ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੇ ਫਿਰ ਮਹਾਰਾਜ ਬਰਾਤ ਲੈ ਕੇ ਪਹੁੰਚੇ ਆ ਤੇ ਅੱਧਾ ਕੋਹ ਹੀ ਰਹਿ ਗਿਆ ਜੀ ਡੱਲਾ ਪਿੰਡ ਜੀ। ਕਿਲੋ 1.5 ਕਿਲੋਮੀਟਰ ਹੀ ਰਹਿ ਗਿਆ ਜੀ। ਹਾਂਜੀ, ਤਹ ਉੱਤਰ ਪਰੇ ਸਭ ਜਾਨ ਸ਼ੋਰ। ਉਥੋਂ ਫਿਰ ਰੱਥਾਂ ਤੋਂ ਸਾਰੇ ਉਤਰ ਗਏ ਜੀ। ਹਾਂਜੀ, ਸੁਧ ਗਈ ਤਬੈ ਡੱਲੇ ਸੋ ਔਰ। ਤੇ ਡੱਲੇ ਪਿੰਡ ਦੇ ਵਿੱਚ ਖਬਰ ਪਹੁੰਚੀ ਹੈ ਜੀ। ਹਾਂਜੀ, ਸੁਨ ਸ਼ੁਤਰ ਨਾਰਾਇਣ ਦਾਸ ਸੋਏ। ਨਾਰਾਇਣ ਦਾਸ ਜੀ ਨੂੰ ਖਬਰ ਪਹੁੰਚੀ ਹੈ। ਨਾਰਾਇਣ ਦਾਸ ਜੀ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪੁੱਤਰ ਸਮੇਤ ਬਰਾਤ ਲੈ ਕੇ ਪਹੁੰਚ ਗਏ ਹਨ। ਖਬਰ ਪਹੁੰਚੀ ਹੈ ਸਾਧ ਸੰਗਤ ਦੀ। ਹਾਂਜੀ, ਸਭ ਕਰੀ ਤਿਆਰ ਹਿਤ ਪਠਨ ਜੋਏ। ਬਸ ਉਸੇ ਵੇਲੇ ਜੰਜ ਦੇ ਸਵਾਗਤ ਦੀ ਤਿਆਰੀ ਸ਼ੁਰੂ ਕਰ ਦਿੱਤੀ ਜੀ ਬਾਬਾ ਨਾਰਾਇਣ ਦਾਸ ਜੀ ਨੇ। ਪਕਵਾਨ ਅਧਿਕ ਮਿਸ਼ਟਾਨ ਲੀਨ। ਰਸਤੇ ਦੇ ਵਿੱਚ ਉੱਥੇ ਹੀ ਮਠਿਆਈਆਂ ਖਵਾਉਣੀਆਂ ਨੇ ਜੀ। ਇਸ ਕਰਕੇ ਬੜੇ ਬੜੇ ਪਕਵਾਨ, ਬੜੀਆਂ ਬੜੀਆਂ ਵਧੀਆ ਮਠਿਆਈਆਂ ਜਿਹੜੀਆਂ ਉਹ ਲੈ ਕੇ ਉੱਥੇ ਪਹੁੰਚ ਰਹੇ ਆ ਜੀ। ਹਾਂਜੀ, ਭਰ ਕਾਵਰ ਜੇਤਕ ਖਰਚ ਚੀਨ। ਹਾਂ, ਕੁਝ ਵਹਿੰਗੀਆਂ ਜਿਹੜੀਆਂ ਨੇ ਨਾ, ਜਿਹੜੀਆਂ ਉੱਥੇ ਛਕਾਉਣੀਆਂ ਜੀ ਬਰਾਤ ਨੂੰ ਜੀ ਆਇਆ ਕਹਿਣ ਵਾਸਤੇ, ਉੱਥੇ ਪਹੁੰਚ ਰਿਹਾ ਸਮਾਨ ਜੀ। ਹਾਂਜੀ, ਸੱਜ ਵਾਹਨ ਆਪਣੇ ਹੋਏ ਸੁਚੇਤ। ਗੱਜ ਕੇ ਆਖੋ ਵਾਹਨ ਸੱਜੇ ਐ, ਰੱਥ ਸੱਜੇ ਐ, ਪਰ ਸਾਰੇ ਰੱਥਾਂ ਤੋਂ ਹੌਲੀ ਹੌਲੀ ਉਤਰ ਰਹੇ ਆ ਜੀ। ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਹੈਗੀ ਆ ਜੀ।
ਹਾਂਜੀ। ਚੜ ਚੱਲੇ ਅਗਾਊਂ ਲੇਤ ਹੇਤ। ਤੇ ਬਾਬਾ ਨਰਾਇਣ ਦਾਸ ਜੀ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਅਗਲਵੰਡੀ ਤੁਰ ਪਏ ਜੀ। ਤੁਸੀਂ ਅੰਦਾਜ਼ਾ ਲਾਓ, ਅੱਗੇ ਬਾਬਾ ਨਰਾਇਣ ਦਾਸ ਜੀ ਗੁਰੂ ਘਰ ਵਿੱਚ ਸਿੱਖ ਬਣ ਕੇ ਆਉਂਦੇ ਸੀਗੇ ਜੀ। ਸੋਚਿਆ ਹੀ ਨਹੀਂ ਸੀ ਵੀ ਜ਼ਿੰਦਗੀ 'ਚ ਇਹੋ ਜਿਹਾ ਵੀ ਮੌਕਾ ਮਿਲੇਗਾ। ਕੀ ਮੌਕਾ ਬਣਿਆ ਜੀ? ਸਾਧ ਸੰਗਤ ਜੀ, ਬਾਬਾ ਨਰਾਇਣ ਦਾਸ ਲੈਣ ਜਾ ਰਹੇ ਮਹਾਰਾਜ ਨੂੰ, ਤੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੁੜਮ ਬਣ ਕੇ ਉਹਨਾਂ ਦੇ ਆ ਰਹੇ ਆ ਜੀ। ਹਾਂਜੀ, ਕੀ ਲੱਭਦੇ ਜੀ? ਇਹ ਤੇ ਗ੍ਰੰਥੀ ਸਿੰਘ ਨੂੰ ਚਾਹੀਦਾ ਜੀ। ਕੋਈ ਜਣਾ ਹਜ਼ੂਰੀਆ ਦਿਓ। ਭਲੇ ਲੋਕ ਆਪ ਚਲੇ ਗਏ, ਕਿਸੇ ਨੂੰ ਦੱਸ ਕੇ ਸੇਵਾ ਵੀ ਨਹੀਂ ਦੇ ਕੇ ਗਏ। ਗੱਜ ਕੇ ਆਖੋ, ਫਿਰ ਆਖੋ, ਫਿਰ ਆਖੋ, ਫਿਰ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕੁੜਮ ਬਣ ਕੇ ਆਏ ਜੀ ਉਹਨਾਂ ਦੇ ਘਰ ਜੀ। ਇਸ ਕਰਕੇ ਬੜੇ ਵੱਡੇ ਭਾਗ ਜੀ, ਬੜਾ ਹੀ ਚਾਅ ਉਹਨਾਂ ਨੂੰ ਜੀ। ਹਾਂਜੀ, ਅਗਵਾਨ ਆਏ ਅਵਲੋਕ ਬ੍ਰਿੰਦ। ਤੇ ਸਾਧ ਸੰਗਤ ਜੀ ਕਹਿੰਦੇ ਐ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਨੂੰ ਲੈਣ ਵਾਸਤੇ ਕਈ ਬੰਦੇ ਨਰਾਇਣ ਦਾਸ ਜੀ ਲੈ ਕੇ ਆਏ ਜੀ। ਕਈ ਬੰਦਿਆਂ ਨੂੰ ਨਾਲ ਲੈ ਕੇ ਆਏ ਜੀ। ਹਾਂਜੀ, ਤਬ ਹਨੇ ਡੰਕ ਬਾਦਿਤ ਬੇਲੰਦ। ਤੇ ਸੰਗਤ ਜੀ ਉਧਰ ਨਗਾਰੇ ਵੱਜ ਰਹੇ, ਵਾਜੇ ਵੱਜ ਰਹੇ, ਖੁਸ਼ੀਆਂ ਦੇ ਮਾਹੌਲ ਬਣੇ ਪਏ ਆ। ਹਾਂਜੀ, ਛੂਟੇ ਨਿਸ਼ਾਨ ਅਫਗਾਨ ਜਾਤ। ਗੱਜ ਕੇ ਆਖੋ। ਤੇ ਫਿਰ ਕਹਿੰਦੇ ਛੂਟੇ ਨਿਸ਼ਾਨ ਅਗਵਾਨ ਜਾਤ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਵੱਡੇ ਵੱਡੇ ਨਗਾਰੇ ਜਿਹੜੇ ਆ ਉਹ ਵਜਾਏ ਜਾ ਰਹੇ ਹਨ। ਜਿਨ ਜ਼ਰੀ ਲਾਗ ਬਹੁ ਰੰਗ ਭਾਂਤ। ਰੰਗ ਬਿਰੰਗੇ ਨਗਾਰੇ ਨੇ, ਉਹਨਾਂ ਨੂੰ ਝੰਡੀਆਂ ਬੰਨੀਆਂ ਗਈਆਂ। ਇਹੋ ਇਸੇ ਤਰੀਕੇ ਨਾਲ ਬਰਾਤ ਦਾ ਪਤਾ ਲੱਗਣਾ ਸੀਗਾ ਜੀ। ਬਰਾਤ ਆ ਗਈ ਹੈ, ਕਿਵੇਂ ਅੰਦਾਜ਼ਾ ਹੁੰਦਾ ਜੀ? ਬੈਂਡ ਬਾਜੇ ਤੋਂ ਜੀ, ਵੀ ਆ ਗਏ ਆ ਜੀ। ਬੜਾ ਹੀ ਬੈਂਡ ਬਾਜਾ ਵੱਜ ਰਿਹਾ ਜੀ। ਹਾਂਜੀ, ਦੋਹਾਂ ਦਿਸ਼ਨ ਮੇਲ ਇਸ ਰੀਤ ਕੀਨ। ਦੋਵਾਂ ਪਾਸਿਆਂ ਤੋਂ, ਦੋਵਾਂ ਪਾਸਿਆਂ ਤੋਂ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੀ ਖੁਸ਼ੀ ਹੋ ਰਹੀ ਜੀ। ਬਾਬਾ ਨਰਾਇਣ ਦਾਸ ਜੀ ਕੁਝ ਸਿੱਖ ਲੈ ਕੇ ਖਲੋਗੇ ਜੀ। ਇਧਰੋਂ ਗੁਰੂ ਅਰਜਨ ਦੇਵ ਜੀ ਖਲੋਤੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਖਲੋਤੇ ਆ ਜੀ। ਦੋਵਾਂ ਪਾਸਿਆਂ ਤੋਂ ਬੜੀ ਖੁਸ਼ੀ ਹੋਈ ਹੈ ਜੀ। ਹਾਂਜੀ, ਜਨ ਘੋਖ ਘੋਖ ਘਨ ਮਿਲਤ ਪੀਨ। ਗੱਜ ਕੇ ਆਖੋ ਵਾਹਿਗੁਰੂ। ਤੇ ਕਹਿੰਦੇ ਫਿਰ ਵਾਹਿਗੁਰੂ ਨਗਾਰੇ ਵੱਜ ਰਹੇ ਆ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਬੱਦਲ ਗੱਜ ਰਹੇ ਹੋਣ ਜੀ। ਹਾਂਜੀ, ਵਾਹਨ ਭਜਾਏ ਵਾਹਨ ਉਠਾਏ। ਹਾਂਜੀ, ਮਿਲ ਆਪ ਮਾਹੇ ਆਨੰਦ ਉਪਾਏ। ਤੇ ਗੱਡੇ ਭਜਾ ਕੇ ਬਾਹਾਂ ਉੱਪਰ ਚੁੱਕਦੇ ਆ, ਕਈ ਕੁਝ ਕਰਦੇ ਆ, ਤੇ ਹੁਣ ਮਿਲਣੀ ਹੋਣ ਲੱਗੀ ਹੈ ਜੀ। ਹਾਂਜੀ, ਜਨ ਨਦੀ ਹਰਖ ਕੀ ਉਮੜ ਦੋਏ। ਕਹਿੰਦੇ ਜਿਵੇਂ ਦੋਵੇਂ ਪਾਸੇ ਖੁਸ਼ੀਆਂ ਦੀਆਂ ਨਦੀਆਂ ਆਪਸ ਵਿੱਚ ਇਕੱਠੀਆਂ ਹੋਣ ਲੱਗੀਆਂ ਨਾ, ਇਹੋ ਜਿਹਾ ਮਾਹੌਲ ਬਣਿਆ ਜੀ। ਅੱਜ ਵੀ ਡੱਲਾ ਪਿੰਡ ਜਾਓ ਨਾ ਜੀ, ਉਹ ਕੋਈ ਬਹੁਤਾ ਇਹਨੂੰ ਕਹੀਏ ਵੀ ਵਿਕਸਿਤ ਹੋਇਆ ਨਹੀਂ, ਅੱਜ ਵੀ ਡੱਲਾ ਪਿੰਡ ਬਹੁਤਾ ਵਿਕਸਿਤ ਨਹੀਂ ਹੋਇਆ ਜੀ। ਅੱਜ ਵੀ ਉੱਥੇ ਉਹ ਪੁਰਾਣਾ ਹੀ ਮਾਹੌਲ ਹੈਗਾ ਜੀ। ਜਦੋਂ ਜਾਓ ਕਿਤੇ ਵੇਖੋ ਜਾ ਕੇ ਜੀ, ਦੋਵਾਂ ਪਾਸੇ ਇਸ ਤਰੀਕੇ ਨਾਲ ਮੇਲ ਹੋ ਰਿਹਾ ਹੈ ਜਿਵੇਂ ਦੋਵਾਂ ਪਾਸੇ ਉਛਾਲੇ ਖੁਸ਼ੀਆਂ ਦੀਆਂ ਨਦੀਆਂ ਆਪਸ ਵਿੱਚ ਮਿਲਣ ਲੱਗੀਆਂ ਹੋਣ ਜੀ। ਹਾਂਜੀ, ਹੋਏ ਸੰਗਮ ਅੰਗ ਉਮੰਗ ਜੋਏ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਕਰੋ, ਚੌਰ ਸਾਹਿਬ ਕਰੋ। ਖੁਸ਼ੀਆਂ, ਚਾਅ, ਖੇੜੇ। ਫਿਰ ਪੜੋ ਪੰਕਤੀ। ਹੋਏ ਸੰਗਮ ਅੰਗ ਉਮੰਗ ਜੋਏ। ਜਿਵੇਂ ਦੋ ਨਦੀਆਂ ਦਾ ਸੰਗਮ ਹੋਣਾ ਨਾ ਜੀ ਖੁਸ਼ੀਆਂ ਨਾਲ, ਇਸ ਤਰੀਕੇ ਨਾਲ ਮਾਹੌਲ ਬਣਿਆ ਜੀ ਉੱਥੇ ਜੀ। ਹਾਂਜੀ, ਗਨ ਵਸਤ ਅਗਰ ਗੁਰ ਕੇ ਟਿਕਾਏ। ਸਭ ਪਰੇ ਪਾਏ ਚਿਤ ਚਾਰ ਚਾਏ। ਤੇ ਬਾਬਾ ਨਰਾਇਣ ਦਾਸ ਜੀ ਗਲੇ ਨਹੀਂ ਲੱਗੇ ਸਤਿਗੁਰੂ ਦੇ ਜੀ, ਵੀ ਕੁੜਮ ਨੇ ਸਾਡੇ ਜੀ। ਵਸਤੂਆਂ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਰੱਖੀਆਂ, ਤੇ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕਿਆ ਚਰਨਾਂ ਤੇ ਸਿਰ ਰੱਖ ਕੇ। ਮੇਰੇ ਬੜੇ ਵੱਡੇ ਭਾਗ ਸੱਚੇ ਪਾਤਸ਼ਾਹ, ਤੁਸੀਂ ਬੇਨਤੀ ਪ੍ਰਵਾਨ ਕਰਕੇ ਆਏ ਜੇ। ਹਾਂਜੀ, ਬਹੁ ਬਿਨੈ ਭਨੀ ਸਭ ਹਾਥ ਬੰਦ। ਤੇ ਬਾਬਾ ਨਰਾਇਣ ਦਾਸ ਜੀ ਹੱਥ ਜੋੜ ਕੇ ਨਾ
ਬੇਨਤੀ ਕਰਨ ਲੱਗੇ ਜੀ, ਜਦੋਂ ਮਹਾਰਾਜ ਬਰਾਤ ਲੈ ਕੇ ਆਏ ਜੀ। ਹਾਂਜੀ, ਹਮ ਅਲਪ ਲਘੂ ਤੁਮ ਬੜ ਬੇਲੰਦ। ਸੱਚੇ ਪਾਤਸ਼ਾਹ ਅਸੀਂ ਬੜੇ ਹੀ ਛੋਟੇ ਹਾਂ, ਅਸੀਂ ਬੜੇ ਹੀ ਛੋਟੇ ਹਾਂ, ਤੇ ਮਹਾਰਾਜ ਤੁਸੀਂ ਬਹੁਤ ਹੀ ਵੱਡੇ ਹੋ, ਬਹੁਤ ਹੀ ਵੱਡੇ ਹੋ ਸੱਚੇ ਪਾਤਸ਼ਾਹ। ਮਹਾਰਾਜ ਅਸੀਂ ਛੋਟੇ ਬਹੁਤ, ਤੁਸੀਂ ਵੱਡੇ ਬਹੁਤ ਹੋ। ਹਾਂਜੀ, ਨਿਜ ਦਾਸ ਜਾਨ ਪਤ ਲਿਹੋ ਰਾਖ। ਤੇ ਹੁਣ ਮੇਰੇ ਘਰ ਮਹਾਰਾਜ ਜੰਜ ਲੈ ਕੇ ਤੇ ਆਏ ਹੋ, ਕਿਰਪਾ ਕਰਿਓ ਮੈਨੂੰ ਆਪਣਾ ਸੇਵਕ ਜਾਣ ਕੇ ਮੇਰੀ ਇੱਜ਼ਤ ਵੀ ਰੱਖਿਓ ਜੀ। ਇਹਨਾਂ ਗੱਲਾਂ ਤੋਂ ਇੱਕ ਗੱਲ ਦਾ ਪਤਾ ਲੱਗਦਾ ਹੈ, ਉਹ ਇਹ ਹੈ, ਬਾਬਾ ਨਰਾਇਣ ਦਾਸ ਜੀ ਦੇ ਮਨ 'ਚ ਇਹ ਨਹੀਂ ਵੀ ਅੱਜ ਮੇਰੇ ਘਰ ਕੁੜਮ ਆਏ ਹੈ, ਨਹੀਂ, ਉਹ ਸਤਿਗੁਰੂ ਨੂੰ ਸਤਿਗੁਰੂ ਹੀ ਜਾਣਦੇ ਹੈ ਜੀ, ਵੀ ਮੇਰੇ ਘਰ ਸਤਿਗੁਰੂ ਆਏ ਹੈ, ਮੇਰੇ ਵੱਡੇ ਭਾਗ ਨੇ ਜੀ। ਹਾਂਜੀ, ਦੇ ਦਰਸ ਕਰੀ ਪੂਰਨ ਪਿਲਾਖ। ਸੱਚੇ ਪਾਤਸ਼ਾਹ ਤੁਸੀਂ ਦਰਸ਼ਨ ਦੇ ਕੇ ਮੇਰੀ ਇੱਛਾ ਹੀ ਪੂਰੀ ਕਰ ਦਿੱਤੀ ਮਹਾਰਾਜ। ਹਾਂਜੀ, ਸਨਮਾਨ ਜਾਨ ਗੁਰ ਤਿਨਹੋਂ ਕੀਰ। ਹਾਂਜੀ। ਪਕਵਾਨ ਲੀਨ ਦਿਓ ਬਾਂਟ ਫੇਰ। ਸੱਚੇ ਪਾਤਸ਼ਾਹ ਨੇ ਉਹਨਾਂ ਦਾ ਸਨਮਾਨ ਕੀਤਾ ਜੀ। ਉਹ ਜਿਹੜੀਆਂ ਵਸਤੂਆਂ ਲੈ ਕੇ ਆਏ ਮਹਾਰਾਜ ਕਹਿੰਦੇ ਸਭਨਾਂ ਨੂੰ ਛਕਾ ਦਿਓ, ਕਹਿਣ ਲੱਗੇ। ਹਾਂਜੀ, ਸਭ ਜਥਾ ਜੋਗ ਕਰ ਤਿਨਹੋਂ ਸਾਥ। ਕਰਬੇ ਟੁਕਾਓ ਪੁਨ ਚਹਿਤ ਨਾਥ। ਤੇ ਕਦੇ ਬਾਬਾ ਨਰਾਇਣ ਦਾਸ ਜੀ ਨੇ ਸੁਰਤ ਕਰਕੇ ਵੀ ਸੋਚਿਆ ਨਹੀਂ ਸੀ ਵੀ ਮੇਰੇ ਘਰ 'ਚ ਬਾਬਾ ਬੁੱਢਾ ਜੀ ਦੇ ਚਰਨ ਪੈਣਗੇ ਜੀ, ਏਡੇ ਏਡੇ ਮਹਾਂਪੁਰਖ ਆਉਣਗੇ ਜੀ। ਬੜੀ ਖੁਸ਼ੀ, ਮਠਿਆਈਆਂ ਵਰਤੀਆਂ, ਬਾਬਾ ਨਰਾਇਣ ਦਾਸ ਜੀ ਨੇ ਸਾਰਿਆਂ ਦਾ ਸਨਮਾਨ ਕੀਤਾ, ਤੇ ਮਹਾਰਾਜ ਨੇ ਫਿਰ ਬਰਾਤ ਦਾ ਟਿਕਾਓ ਕੀਤਾ ਜੀ। ਆਖਿਆ ਵੀ ਹੁਣ ਅਸੀਂ ਇੱਥੇ ਰੁਕਾਂਗੇ, ਅਜੇ ਨਗਰ ਦੇ ਵਿੱਚ ਨਹੀਂ ਪ੍ਰਵੇਸ਼ ਹੋਏ ਜੀ, ਬਾਹਰ ਹੀ ਨੇ ਜੀ। ਹਾਂਜੀ, ਇੱਕ ਮਹਾਦੇਵ ਕੋ ਦਰਬ ਦੀਨ। ਗੁਰਦਾਸ ਬ੍ਰਿੰਦ ਦੋਨੋਂ ਸੋਲੀਨ। ਤੇ ਸਾਧ ਸੰਗਤ ਜੀ, ਇੱਕ ਥੈਲੀ ਬਾਬਾ ਮਹਾਦੇਵ ਜੀ ਦੇ ਹੱਥ ਵਿੱਚ ਹੈ ਜੀ, ਇੱਕ ਥੈਲੀ ਭਾਈ ਗੁਰਦਾਸ ਜੀ ਦੇ ਹੱਥ ਵਿੱਚ ਹੈ ਜੀ, ਇੱਕ ਥੈਲੀ ਬਾਬਾ ਬੁੱਢਾ ਜੀ ਦੇ ਹੱਥ ਵਿੱਚ ਹੈਗੀ ਹੈ ਜੀ। ਹਾਂਜੀ, ਪੁੰਨ ਕ੍ਰਿਸ਼ਨ ਚੰਦ ਥਾਤੀ ਸੋ ਧਾਰ। ਤੇ ਇੱਕ ਥੈਲੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਨਾ ਜੀ ਬਾਬਾ ਕ੍ਰਿਸ਼ਨ ਚੰਦ ਜੀ ਦੇ ਹੱਥ ਵਿੱਚ ਹੈ ਜੀ। 4 ਥੈਲੀਆਂ ਹੋ ਗਈਆਂ ਜੀ। ਹਾਂਜੀ, ਬਰਖਾਵਤ ਗਮਨਹੁ ਗੁਰ ਉਚਾਰ। ਤੇ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਭਾਈ ਮਹਾਰਾਜ ਕਹਿਣ ਲੱਗੇ ਜਰਾ ਕਰੋ ਹਾਂ ਧਨ ਦੀ ਵਰਖਾ। ਫਿਰ ਧਨ ਦੀ ਵਰਖਾ ਕੀਤੀ ਗਈ ਜੀ। ਇਹ ਵੀ ਸੀਨ ਵੇਖਣ ਹੀ ਵਾਲਾ ਹੁੰਦਾ ਹੈਗਾ ਜੀ। ਹਾਂਜੀ, ਉਦੋਂ ਠਿੱਪੇ ਚੱਲਦੇ ਹੁੰਦੇ ਸੀਗੇ ਜੀ। ਹਾਂਜੀ, ਜਦੋਂ ਠਿੱਪੇ ਸੁੱਟਣੇ ਜੀ, ਨਿਆਣਿਆਂ ਵਿੱਚ ਵੜਦੇ ਫਿਰਨਾ ਜੀ, ਪੈਸੇ ਲੁੱਟਣ ਵਾਸਤੇ ਜੀ। ਹਾਂਜੀ, ਤਬ ਚੱਲੇ ਗ੍ਰਾਮ ਕੇ ਸਮੁਖ ਹੋਏ। ਹੁਣ ਹੌਲੀ ਹੌਲੀ ਡੱਲੇ ਪਿੰਡ ਦੇ ਵਿੱਚ ਐਂਟਰ ਹੋ ਰਹੇ ਤੁਰ ਕੇ ਜੀ। ਹਾਂਜੀ, ਜਦੋਂ ਐਂਟਰ ਹੋ ਰਹੇ ਹੈ ਨਾ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਹਨ ਜੀ। ਤੇ ਇੱਕ ਹੱਥ ਐ ਮੁੱਠ ਭਰ ਕੇ ਨਾ ਮਾਇਆ ਦੀ ਬਾਬਾ ਬੁੱਢਾ ਜੀ ਸੁੱਟਦੇ ਆ ਜੀ। ਆਖੋ ਵਾਹਿਗੁਰੂ। ਵਾਹ। ਦੂਜੇ ਬੰਨੋਂ ਬਾਬਾ ਮਹਾਦੇਵ ਜੀ ਸੁੱਟਦੇ ਆ ਜੀ। ਬਾਬਾ ਕ੍ਰਿਸ਼ਨ ਚੰਦ ਜੀ, ਭਾਈ ਗੁਰਦਾਸ ਜੀ ਮਾਇਆ ਦੀ ਵਰਖਾ ਕਰਦੇ ਹੋਏ ਜਾ ਰਹੇ ਆ ਜੀ। ਹਾਂਜੀ, ਨਰ ਮਿਲੇ ਹਜ਼ਾਰੋਂ ਦਿਸਨ ਦੋਏ। ਹਜ਼ਾਰਾਂ ਲੋਕ ਇਕੱਠੇ ਹੋ ਗਏ ਜੀ ਡੱਲੇ ਪਿੰਡ 'ਚ। ਦੀਨ ਦੁਨੀਆ ਦੇ ਮਾਲਕ ਦੀ ਬਰਾਤ ਹੈ, ਜੰਜ ਹੈ। ਹਾਂਜੀ, ਗਨ ਬਜਤ ਬਾਜ ਪਈ ਧੂਮ ਧਾਮ। ਗੱਜ ਕੇ ਆਖੋ। ਤੇ ਸਾਧ ਸੰਗਤ ਜੀ ਵਾਜੇ ਵੱਜ ਰਹੇ ਆ, ਬਹੁਤ ਧੂਮ ਧਾਮ ਹੋ ਰਹੀ ਹੈ ਜੀ। ਹਾਂਜੀ, ਵੱਡ ਉੱਠੀ ਧੂਲ ਛੇ ਸ਼ਾਦ ਗ੍ਰਾਮ। ਤੇ ਧੂੜਾਂ ਉੱਡ ਰਹੀਆਂ ਨੇ ਜੀ ਜਦੋਂ ਲੋਕ ਤੁਰ ਰਹੇ ਆ। ਉਦੋਂ ਕੱਚੇ ਰਾਹ ਸੀਗੇ ਸਾਧ ਸੰਗਤ ਜੀ। ਹਾਂਜੀ, ਧਨ ਕੋ ਬਰਖਾਏ ਘਨ ਮਨਹੁ ਚਾਰ। 4 ਪਾਸਿਓਂ ਬੜੇ ਸੋਹਣੇ ਤਰੀਕੇ ਦੇ ਨਾਲ ਧਨ ਦੀ ਵਰਖਾ ਹੋ ਰਹੀ ਹੈ ਜੀ। ਧਨ ਦੀ ਵਰਖਾ ਹੋ ਰਹੀ ਹੈ। ਡੱਲੇ ਪਿੰਡ ਦੇ ਬੱਚੇ ਜਿਹੜੇ ਆ ਉਹ ਮਾਇਆ ਲੁੱਟ ਰਹੇ ਨੇ ਜੀ। ਇਸੇ ਤਰ੍ਹਾਂ ਹੁੰਦਾ ਸੀ, ਜਿਹੜਾ ਜਿੰਨਾ ਅਮੀਰ ਹੁੰਦਾ ਉਹ ਉਨੀ ਮਾਇਆ ਦੀ ਵਰਖਾ ਕਰਦਾ ਸੀਗਾ ਜੀ। ਹਾਂਜੀ, ਵੱਡ ਭਇਓ ਸ਼ੋਰ ਇੱਕ ਝਾਰ ਝਾਰ। ਬੜਾ ਵੱਡੇ ਪੱਧਰ ਤੇ ਖੁਸ਼ੀ ਤੇ ਸ਼ੋਰ ਮਚ ਰਿਹਾ ਜੀ। ਆਗੇ 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 ਰੌਲਾ ਪੈ ਰਿਹਾ। ਹਾਂਜੀ, ਚੜ ਕੇ ਉਤੰਗ ਨਰ ਨਾਰ ਹੇਰ। ਲੋਕ ਜਿਹੜੇ ਆ ਨਾ ਉਹ ਡੱਲੇ ਪਿੰਡ ਦੇ ਵਿੱਚ ਕੋਠਿਆਂ ਤੇ ਚੜ ਚੜ ਕੇ ਵੇਖ ਰਹੇ ਆ ਜੀ। ਇੰਨੀ ਵੱਡੀ ਬਰਾਤ ਆਈ ਹੈ,
ਜਿੱਥੋਂ ਤੱਕ ਲੋਕਾਂ ਦੀ ਨਜ਼ਰ ਜਾਂਦੀ ਆ, ਲੋਕ ਹੀ ਲੋਕ ਨੇ ਜੀ, ਸੰਗਤਾਂ ਹੀ ਸੰਗਤਾਂ ਜੀ। ਹਾਂਜੀ, ਕਹਿ ਬਚ ਬਰਾਤ ਆਈ ਬਡੇਰ। ਤੇ ਲੋਕ ਨਾ ਆਪਸ 'ਚ ਕੋਠਿਆਂ ਤੇ ਚੜ ਚੜ ਗੱਲਾਂ ਕਰਦੇ ਆ, ਕਹਿੰਦੇ ਆ ਬਰਾਤ ਤੇ ਬਹੁਤੀ ਵੱਡੀ ਆਈ ਆ। ਕਹਿਣ ਲੱਗੇ ਇੰਨੀ ਵੱਡੀ ਬਰਾਤ ਨਾਰਾਇਣ ਦਾਸ ਸਾਂਭ ਲੂ, ਇੰਨੀ ਵੱਡੀ ਬਰਾਤ ਆਈ ਹੈ। ਹਾਂਜੀ, ਸ਼ੁਭ ਥਾਨ ਦੀਨ ਡੇਰੋ ਲਗਾਏ। ਸੋ ਬਾਰ-ਬਾਰ ਬਰਾਤ ਦਾ ਡੇਰਾ ਕਰਵਾਇਆ ਜੀ। ਸੰਗਤ ਜੀ ਅੱਜ ਵੀ ਡੱਲੇ ਪਿੰਡ ਵਿੱਚ ਜਗ੍ਹਾ ਬਣੀ ਹੈ ਜਿੱਥੇ ਬਰਾਤ ਦਾ ਡੇਰਾ ਕਰਾਇਆ ਗਿਆ ਸੀਗਾ ਜੀ। ਹਾਂਜੀ, ਬਰਾਤ ਨੂੰ ਬਿਠਾਇਆ ਗਿਆ ਸੀਗਾ ਜੀ, ਕਹਿਣ ਦਾ ਭਾਵ ਇਹ ਹੈ। ਹਾਂਜੀ, ਕਰ ਰੰਕ ਤ੍ਰਿਪਤ ਧਨ ਕੋ ਬਰਖਾਏ। ਉਧਰ ਲਗਾਤਾਰ ਹੀ ਮਾਇਆ ਦੀ ਵਰਖਾ ਹੋ ਰਹੀ ਤੇ ਗਰੀਬ ਬੰਦੇ ਲੁੱਟ ਰਹੇ ਨੇ ਜੀ ਮਾਇਆ ਜੀ, ਬੜੇ ਖੁਸ਼ ਹੋ ਰਹੇ ਆ ਜੀ ਉਹ। ਹਾਂਜੀ, ਤੰਬੂ ਸ਼ਮਿਆਨ ਦੀਏ ਸੋਤਾਨ। ਤੰਬੂ ਲੱਗ ਗਏ ਐ, ਸ਼ਮਿਆਨੇ ਪਹਿਲਾਂ ਹੀ ਲੱਗੇ ਹੋਏ ਸੀਗੇ ਜੀ, ਜਿਹਨੂੰ ਆਪਾਂ ਕਹਿੰਦੇ ਟੈਂਟ ਲੱਗੇ ਹੋਣੇ ਜੀ। ਹਾਂਜੀ, ਵੱਡ ਜੈ ਉਤੰਗ ਬਹੁ ਸ਼ੋਭਵਾਨ। ਤੇ ਚਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਗੱਜ ਕੇ ਆਖੋ ਵਾਹਿਗੁਰੂ। ਤੇ ਉਧਰ ਕੀਰਤਨ ਹੋ ਰਿਹਾ ਜੀ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੇਰ ਮੇਰਾ। ਜਪੋ ਭਾਗ, ਘਰ ਆਇਆ ਪੇਰ ਮੇਰਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੇਰ ਮੇਰਾ। ਜਪ ਗੱਜ ਕੇ ਘਰ ਆਇਆ ਪੇਰ ਮੇਰਾ। ਇਹ ਮਾਤਾ ਦਮੋਦਰੀ ਜੀ ਦੇ ਅੰਦਰ ਦੀ ਭਾਵਨਾ ਹੋਏਗੀ ਜੀ ਉਸ ਸਮੇਂ ਦੀ। ਹਾਂਜੀ, ਉਹਨਾਂ ਦੇ ਤੇ ਪਤੀ ਬਣ ਕੇ ਆਏ ਗੁਰੂ ਹਰਗੋਬਿੰਦ ਸਾਹਿਬ, ਤੇ ਕਈਆਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੀ ਪਹਿਲੀ ਵਾਰੀ ਕੀਤੇ ਜੀ। ਐਡੇ ਵੱਡੇ ਸਤਿਗੁਰੂ ਮਾਲਕ ਸੱਚੇ ਪਾਤਸ਼ਾਹ। ਹਾਂਜੀ, ਦੋਹਰਾ ਬੀਚ ਚੰਦੋਆ ਚਾਨਣੀ, ਤਾਨੇ ਰੇਸ਼ਮ ਡੋਰ। ਪੰਡਾਲ ਲਾਇਆ ਤੇ ਪੰਡਾਲ ਦੇ ਵਿੱਚ ਘਰ ਨਾ ਜੀ ਰੇਸ਼ਮ ਦੀਆਂ ਡੋਰਾਂ ਦੇ ਨਾਲ ਐ ਤਾਣ ਕੇ ਚੰਦੋਆ ਸਾਹਿਬ ਬੰਨਿਆ ਜੀ। ਹਾਂਜੀ, ਲੱਗੀ ਕਨਾਤ ਬਨਾਤ ਕੀ, ਚਹੋਂ ਗਿਰਦੇ ਦੁੱਤ ਬੋਰ। ਜਿਹਦੇ ਨਾਲ ਫੁੱਲ ਲਾਏ ਐ, ਘੁੰਗਰੂ ਲਾਏ ਐ, ਬੜੀ ਸਜਾਵਟ ਕੀਤੀ ਐ। ਹਾਂਜੀ, ਸ਼੍ਰੀ ਅਰਜਨ ਨਿਜ ਤਨੁਜ, ਜੁਤ ਬੈਠੇ ਬ੍ਰਿੰਦ ਮਝਾਰ। ਸ਼੍ਰੀ ਅਰਜਨ ਨਿਜ ਤਨੁਜ ਜੁਤ। ਮਹਾਰਾਜ ਗੁਰੂ ਅਰਜਨ ਸਾਹਿਬ ਲਈ ਆਸਣ ਲਾਇਆ ਜੀ ਉਹ, ਤੇ ਇੱਕੋ ਹੀ ਪਲੰਘੇ ਤੇ ਫਿਰ ਮਹਾਰਾਜ ਗੁਰੂ ਅਰਜਨ ਦੇਵ ਜੀ ਤੇ 9 ਸਾਲ ਦੀ ਉਮਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਰਾਜ ਲਾਗੇ ਬਿਠਾਇਆ ਸੱਚੇ ਪਾਤਸ਼ਾਹ ਜੀ ਨੇ ਜੀ। ਮਹਾਰਾਜ ਦੁੱਲੇ ਬਣੇ ਜੀ, ਲਾੜੇ ਬਣੇ ਗੁਰੂ ਹਰਗੋਬਿੰਦ ਸਾਹਿਬ। ਹਾਂਜੀ, ਮਨਹੁ ਸੁਧਰਮਾ ਸ਼ੋਭਤੀ, ਬਸਨ ਵਿਭੂਖਨ ਚਾਰ। ਹਾਂ, ਕਹਿਣ ਲੱਗੇ ਮਾਨੋ ਇੰਦਰ ਦੀ ਸਭਾ ਵਿੱਚ ਜਿਵੇਂ ਦੇਵਤੇ ਬੈਠੇ ਹੁੰਦੇ ਆ ਨਾ, ਉਹਦੇ ਤੋਂ ਵੀ ਕਿਤੇ ਵਧੀਆ ਸਭਾ ਅੱਜ ਡੱਲੇ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਦੀ ਲੱਗੀ ਹੋਈ ਹੈ ਜੀ। ਜਿੱਥੇ ਬਾਬਾ ਬੁੱਢਾ ਜੀ ਜੈਸੇ ਬੈਠੇ ਆ ਕੇ, ਬਾਬਾ ਮਹਾਦੇਵ ਜੀ ਜੈਸੇ ਆ ਕੇ ਬੈਠੇ ਹੈ, ਭਾਈ ਗੁਰਦਾਸ ਜੀ ਜੈਸੇ ਗੁਰਮੁਖ ਆ ਕੇ ਬੈਠੇ ਹੈ ਜੀ। ਹਾਂਜੀ, ਸ਼੍ਰੀ ਅਰਜਨ ਕੇ ਸਾਥ ਤਬ, ਮਿਲਨ ਹੇਤ ਹਿਤ ਧਾਰ। ਫਿਰ ਉਸ ਸਮੇਂ ਸਿਆਣੇ ਕਹਿਣ ਲੱਗੇ ਜੀ ਮਿਲਣੀ ਕਰੋ, ਤੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਜੀ ਦੇ ਨਾਲ ਮਿਲਣੀ ਕਰਨ ਵਾਸਤੇ ਤਿਆਰ ਨਾਰਾਇਣ ਦਾਸ ਭਾ, ਗਨ ਵਸਤਨ ਸੰਭਾਰ। ਸਭ ਵਸਤੂਆਂ ਸੰਭਾਲ ਕੇ ਬਾਬਾ ਨਾਰਾਇਣ ਦਾਸ ਜੀ ਤਿਆਰ ਹੋਏ ਜੀ। ਤੇ ਪਤਾ ਕੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰੀ ਇੰਨੀ ਔਕਾਤ ਨਹੀਂ ਮਹਾਰਾਜ, ਮੈਂ ਤੁਹਾਡੇ ਗਲੇ ਲੱਗਾ ਮਹਾਰਾਜ, ਤੁਸੀਂ ਵੱਡੇ ਦਾਤੇ ਸਮਰੱਥ ਗੁਰੂ ਆਪ ਮਾਲਕ, ਤੇ ਮਹਾਰਾਜ ਅਸੀਂ ਤੁਹਾਡੇ ਗਰੀਬ ਜੇ ਸਿੱਖ ਹੈਗੇ ਆ। ਇੱਕ ਤੇ ਮਹਾਰਾਜ ਤੁਸੀਂ ਪਹਿਲਾਂ ਹੀ ਬੜਾ ਵੱਡਾ ਸਾਡੇ ਤੇ ਉਪਕਾਰ ਕੀਤਾ, ਜੰਝ ਲੈ ਕੇ ਆਏ ਹੋ ਮਹਾਰਾਜ। ਮਹਾਰਾਜ ਮੈਂ ਤੇ ਤੁਹਾਡੇ ਚਰਨਾਂ 'ਚ ਮੱਥਾ ਟੇਕਣ ਵਾਲਾ ਹਾਂ,
ਗੁਰੂ ਸਾਹਿਬ ਕਹਿੰਦੇ ਨਹੀਂ ਨਾਰਾਇਣ ਦਾਸ ਜੀ, ਜਿਹੜਾ ਧੀ ਦਵੇ ਉਹ ਬੜਾ ਵੱਡਾ ਹੁੰਦਾ ਕਹਿਣ ਲੱਗੇ। ਤੇ ਮਹਾਰਾਜ ਨੇ ਨਾ ਜੀ ਆਪਣੇ ਇੱਥੇ ਲਾਇਆ ਨਾਰਾਇਣ ਦਾਸ ਜੀ ਨੂੰ ਜੀ। ਨਾਰਾਇਣ ਦਾਸ ਜੀ ਦੀ ਤੇ ਖੁਸ਼ੀ ਦੀ ਹੱਦ ਹੀ ਨਹੀਂ ਰਹੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਗਲੇ ਮਿਲ ਕੇ ਜੀ। ਕਿਤੇ ਛੋਟੀ ਗੱਲ ਹੈ ਜੀ ਇਹ। ਹਾਂਜੀ। ਚੌਪਈ ਜਰੇ ਜ਼ੀਨ ਬਾਜੀ ਚਪਲਾਏ, ਗਰੇ ਬੇਭੂਖਨ ਸ਼ੋਭ ਬਢਾਵਤ, ਬਸਤ ਰੇਸ਼ਮੀ ਸਾਧਨ ਕੀਨੇ, ਗਹੇ ਲਗਾਮ ਨਾ ਥਿਰ ਤੈ ਲੀਨੇ। ਤੇ ਨਾਰਾਇਣ ਦਾਸ ਜੀ ਨੇ ਕਈ ਕੁਝ ਭੇਟਾ ਕੀਤਾ ਜੀ। ਉਸ ਸਮੇਂ ਇੱਕ ਘੋੜਾ ਭੇਟਾ ਕੀਤਾ ਮਹਾਰਾਜ ਨੂੰ ਜੀ, ਜਿਹਨੂੰ ਬਹੁਤ ਸੋਹਣੀ ਕਾਠੀ ਪਾਈ ਗਈ ਜੀ। ਬੜਾ ਉੱਚਾ ਵਧੀਆ ਘੋੜਾ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਭੇਟਾ ਕੀਤਾ ਗਿਆ ਜੀ। ਹਾਂਜੀ। ਲੈ ਬਹੁਮੋਲੇ ਲਲਿਤ ਦੁਕੂਲ, ਬਹੁਤ ਵਧੀਆ ਤੇ ਕੀਮਤੀ ਬਸਤਰ, ਕੂਲੇ ਬਸਤਰ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤੇ ਜੀ। ਹਾਂਜੀ। ਸ਼੍ਰੀ ਸਤਿਗੁਰ ਕੇ ਹੋਏ ਅਨੁਕੂਲ, ਜਿਹੜੇ ਮਹਾਰਾਜ ਜੀ ਦੇ ਪਾਉਣ ਦੀ ਬਹੁਤ ਹੀ ਵਧੀਆ ਬਸਤਰ ਨੇ, ਉਹ ਬਾਬਾ ਨਾਰਾਇਣ ਦਾਸ ਜੀ ਸਤਿਗੁਰੂ ਜੀ ਨੂੰ ਭੇਟਾ ਕਰਦੇ ਆ। ਉਪਰ ਧਰ ਕਰ ਗਨ ਦੀ ਨਾਰੂ, ਉੱਤੇ ਕੁਝ ਮੋਹਰਾਂ ਰੱਖੀਆਂ ਜੀ। ਕਹਿੰਦੇ ਬਸਤਰ ਖਾਲੀ ਨਹੀਂ ਦਈਦਾ ਜੀ, ਉੱਤੇ ਮੋਹਰਾਂ ਰੱਖੀਆਂ ਕੁਝ ਜੀ। ਹਾਂਜੀ। ਲੇਕਰ ਸੰਗ ਨਰਨ ਪਰਵਾਰੂ, ਤੇ ਨਾਰਾਇਣ ਦਾਸ ਜੀ ਆਪਣੇ ਪਰਿਵਾਰ ਸਮੇਤ ਆਏ ਸੱਚੇ ਪਾਤਸ਼ਾਹ ਜੀ ਨੂੰ ਦੇਣ ਵਾਸਤੇ ਜੀ। ਹਾਂਜੀ। ਬੰਧਪ ਸਖਾ ਸਹਿਤ ਸਮਦਾਊ, ਚੱਲਿਓ ਨਾਰਾਇਣ ਦਾਸ ਅਗਾਊ। ਹਾਂਜੀ। ਸ਼੍ਰੀ ਅਰਜਨ ਸਨਮੁਖ ਤੇ ਸਮੋ, ਆਏ ਮਿਲਿਓ ਕਰ ਬੇਚਹਿ ਨਮੋ। ਤੇ ਨਾਰਾਇਣ ਦਾਸ ਜੀ ਜਦੋਂ ਮਿਲਣੀ ਹੋਣ ਲੱਗੀ ਨਾ ਜੀ, ਨਾਰਾਇਣ ਦਾਸ ਜੀ ਪਛੇ ਹੋਈ ਜਾਣ ਜੀ। ਉਹ ਕਹਿਣ ਏਡੇ ਵੱਡੇ ਸੱਚੇ ਪਾਤਸ਼ਾਹ ਮੈਂ ਕਿਵੇਂ ਗਲੇ ਲੱਗਾ ਮਹਾਰਾਜ ਦੇ। ਹਾਂਜੀ। ਹੁਤੋ ਪਰੋਹਤ ਤਿਹ ਸਮਝਾਏਵ, ਭੁਜਾ ਪਸਾਰ ਮਿਲੋ ਘਰ ਲਾਏਵ। ਤੇ ਲਾਗੇ ਪ੍ਰੋਹਤ ਖਲੋਤਾ ਸੀਗਾ ਇੱਕ ਜੀ। ਉਹਨੇ ਨਾਰਾਇਣ ਦਾਸ ਜੀ ਨੂੰ ਕਿਹਾ, ਮਹਾਰਾਜ ਵੀ ਕਹਿਣ ਆਓ ਨਾਰਾਇਣ ਦਾਸ ਜੀ ਸਾਡੇ ਸੀਨੇ ਲੱਗੋ, ਮਿਲਣੀ ਕਰੀਏ। ਤੇ ਨਾਰਾਇਣ ਦਾਸ ਜੀ ਅੱਗੇ ਨਾ, ਨਹੀਂ ਮਹਾਰਾਜ ਮੈਂ ਗਰੀਬ ਬੰਦਾ ਹੈਗਾ। ਹਾਂਜੀ। ਪ੍ਰੋਹਤ ਕਹਿੰਦਾ ਨਹੀਂ ਨਹੀਂ ਨਹੀਂ, ਮਿਲਣੀ ਤੇ ਕਰਨੀ ਪੈਣੀ ਹੈ। ਗੱਜ ਕੇ ਆਖੋ ਵਾਹ, ਇਹ ਤੇ ਮਰਿਆਦਾ ਹੈ। ਕਹਿਣ ਲੱਗਾ ਮਿਲਣੀ ਤੇ ਕਰਨੀ ਪੈਣੀ ਹੈ, ਮਿਲਣੀ ਕਰੋ, ਬਾਵਾਂ ਅੱਗੇ ਕਰੋ, ਮਹਾਰਾਜ ਤੁਹਾਨੂੰ ਮਿਲਣਾ। ਹਾਂਜੀ। ਸਮ ਸਮਧੀ ਇਸ ਸਮੇਂ ਬਨੰਤੇ, ਕਿਉਂ ਤੁਸੀਂ ਸਿੱਖ ਤੇ ਹੈਗੇ ਜੇ ਪਰ ਹੁਣ ਕੁੜਮ ਵੀ ਤੇ ਕਹਿਣ ਲੱਗੇ ਸਮਧੀ ਹੋ ਮਹਾਰਾਜ ਦੇ। ਹਾਂਜੀ। ਰਾਓ ਰੰਕ ਕੈਸੇ ਸੋਹਵੰਤੇ, ਤੇ ਇਸ ਕਰਕੇ ਭਾਵੇਂ ਰਾਜਾ ਹੋਵੇ ਤੇ ਭਾਵੇਂ ਰੰਕ ਹੋਵੇ, ਮਿਲਣੀ ਤੇ ਉਹ ਵੀ ਕਰਦਾ ਹੀ ਹੈ ਕਹਿਣ ਲੱਗੇ। ਹਾਂਜੀ। ਲੌਕਿਕ ਵੈਦਿਕ ਰੀਤ ਜੋ ਦੋ, ਵਿਆਹ ਆਦ ਮੈਂ ਕਰ ਸਭ ਕੋ, ਲਾਜ ਸ਼ੋਰ ਕਰੀਐ ਵਿਵਹਾਰੇ, ਸਮਧੀ ਸੋ ਮਿਲ ਭੁਜਾ ਪਸਾਰੇ। ਇਸ ਕਰਕੇ ਲਾਜ ਛੱਡੋ ਤੇ ਕਿਰਪਾ ਕਰੋ ਤੇ ਮਹਾਰਾਜ ਦੇ ਗਲੇ ਲੱਗੋ ਜੀ। ਹਾਂਜੀ। ਸੁਨਤ ਨਾਰਾਇਣ ਦਾਸ ਬਖਾਨਾ, ਨਾਰਾਇਣ ਦਾਸ ਜੀ ਫਿਰ ਕਹਿਣ ਲੱਗੇ, ਸੁਣਿਓ ਧਿਆਨ ਨਾਲ, ਮੈਂ ਇੱਕ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਹੈ, ਬੜੀ ਵੱਡੀ ਗੱਲ ਸੀਗੀ ਉਹਨਾਂ ਵਾਸਤੇ ਗੁਰੂ ਅਰਜਨ ਦੇਵ ਜੀ ਨਾਲ ਮਿਲਣੀ ਕਰਨੀ ਜੀ। ਹਾਂਜੀ। ਮੈਂ ਕੈਸੇ ਕਰ ਇਨਹੋਂ ਸਮਾਨਾ, ਕਹਿਣ ਲੱਗੇ ਨਹੀਂ ਮੈਂ ਇਹਨਾਂ ਦੀ ਬਰਾਬਰੀ ਕਿਵੇਂ ਕਰ ਸਕਦਾ, ਇਹਨਾਂ ਨਾਲ ਬਰਾਬਰ ਦਾ ਗਲੇ ਮਿਲਦਾ ਨਾ ਜੀ। ਹਾਂਜੀ। ਲੋਕ ਪਰਲੋਕ ਸਹਾਇਕ ਸੁਆਮੀ, ਵਾਹ ਵਾਹ, ਗੱਜ ਕੇ ਆਖੋ ਇਹ ਤੇ ਮੇਰੇ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ, ਮੇਰੇ ਰਾਖੀ ਕਰਨ ਵਾਲੇ ਮੇਰੇ ਸਤਿਗੁਰੂ ਨੇ। ਹਾਂਜੀ। ਤੀਨ ਭਵਨ ਪਤ ਅੰਤਰਜਾਮੀ, ਤ੍ਰਿਲੋਕੀ ਦੇ ਮਾਲਕ ਨੇ, ਅੰਤਰਜਾਮੀ ਨੇ। ਹਾਂਜੀ। ਇਨਕੇ ਦਾਸ ਦਾਸ ਕੋ ਦਾਸਾ, ਤੇ ਮੈਂ ਇਹਨਾਂ ਦੇ ਸੇਵਕਾਂ ਦਾ ਵੀ ਸੇਵਕ ਹੈਗਾ। ਗੱਜ ਕੇ ਆਖੋ ਮੈਂ ਕਿਵੇਂ ਇਹਨਾਂ ਦੇ ਗਲੇ ਮਿਲਾਂ। ਹਾਂਜੀ। ਕਿਮ ਸਮਤਾ ਕਰਹੁ ਹੋਏ ਹਾਸਾ, ਇਹ ਤੇ ਹਾਸੇ ਵਾਲੀ ਗੱਲ ਹੈ। ਠੀਕ ਹੈ, ਇਹਨਾਂ ਦੇ ਸਪੁੱਤਰ ਸਾਹਿਬਜ਼ਾਦਾ ਜੀ ਤੇ ਮੇਰੀ ਧੀ ਦਾ ਵਿਆਹ ਹੋਣ ਲੱਗਾ ਹੈ, ਪਰ ਮੈਂ ਇਹਨਾਂ ਦੇ ਮਿਲਣੀ ਨਹੀਂ, ਇਹਨਾਂ ਨਾਲ ਮਿਲਣੀ ਨਹੀਂ ਕਰ ਸਕਦਾ। ਲੋਕ ਮਖੌਲ ਕਰਨਗੇ ਮੇਰੇ ਨਾਲ। ਹੈ ਐਡੇ ਵੱਡੇ ਗੁਰੂ ਅਰਜਨ ਦੇਵ ਜੀ ਤੇ ਤੂੰ ਨਾਰਾਇਣ ਦਾਸ ਛੋਟਾ ਜਿਹਾ। ਹਾਂਜੀ। ਇਮ ਕਹਿ ਕਰੀ ਅਕੋਰ ਅਗਾਰੀ, ਇਹ ਕਹਿ ਕੇ ਭੇਟਾ ਅੱਗੇ ਕੀਤੀ ਜੀ ਸਤਿਗੁਰੂ ਜੀ ਨੂੰ ਦੇਣ ਵਾਸਤੇ। ਪਰਿਓ ਚਰਨ ਪਰ ਨਿਰਹੰਕਾਰੀ, ਤੇ ਚਰਨਾਂ ਤੇ ਡਿੱਗ ਪਏ ਜੀ ਨਾਰਾਇਣ ਦਾਸ ਜੀ। ਹਾਂਜੀ। ਸ਼੍ਰੀ ਅਰਜਨ ਸਮਧੀ ਲਖ ਭਾਊ, ਮਹਾਰਾਜ ਨੇ ਵੇਖਿਆ
ਸਿੱਖ ਵੀ ਹੈ ਤੇ ਹੁਣ ਰਿਸ਼ਤੇਦਾਰ ਵੀ ਹੈ, ਕੁੜਮ ਵੀ ਹੈ, ਸਮਧੀ ਵੀ ਹੈ। ਹਾਂਜੀ। ਪਕਰ ਉਠਾਏ ਲਿਓ ਘਰ ਲਾਊ। ਭਾਈ ਨਰੈਣ ਦਾਸ ਜੀ ਮਹਾਰਾਜ ਜੀ ਦੇ ਚਰਨਾਂ ਤੇ ਡਿੱਗੇ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਬਾਹਾਂ ਤੋਂ ਫੜ ਕੇ ਨਾ ਜੀ ਤੇ ਗਲੇ ਲਾ ਲਿਆ ਜੀ ਆਪਣੇ ਜੀ। ਤੇ ਮੈਂ ਅੱਗੇ ਬੇਨਤੀ ਕੀਤੀ, ਸੰਗਤ ਜੀ ਉਹ ਭਾਈ ਨਰੈਣ ਦਾਸ ਜੀ ਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਗਲੇ ਨਾਲ ਲਾਇਆ ਜੀ। ਮੈਂ ਨਿੱਕੀ ਜੀ ਇੱਕ ਗੱਲ ਦੱਸਦਾ ਜੀ ਤੁਹਾਨੂੰ। ਇੱਕ ਗੁਰਮੁਖ ਮਹਾਂਪੁਰਖ ਰੱਬ ਦੇ ਪਿਆਰੇ ਜੀ, ਬੜੀ ਭਗਤੀ ਵਾਲੇ, ਬੜੇ ਨਿਤਨੇਮੀ ਜੀ, ਕਿਸੇ ਗੁਰਮੁਖ ਦੀ ਉਹ ਗੱਲ ਸੁਣਾ ਰਹੇ ਸੀਗੇ ਜੀ ਤੇ ਮੈਂ ਪੱਖੀ ਚੱਲ ਰਿਹਾ ਸਾਂ ਲਾਗੇ ਜੀ। ਹਾਂਜੀ। ਕਹਿਣ ਲੱਗੇ ਫਲਾਣੇ ਗੁਰਮੁਖ ਨੇ ਕਿਸੇ ਮਹਾਂਪੁਰਖਾਂ ਦੇ ਕੋਲ ਗਿਆ ਤੇ ਉਹ ਮਹਾਂਪੁਰਖਾਂ ਨੇ ਨਾ ਉਹਨੂੰ ਮੂੰਹ ਤੇ ਚਪੇੜ ਮਾਰੀ, ਉਹਦਾ ਪਾਪ ਕੱਟਣ ਦੀ ਕੋਈ ਜੀ। ਉਹਨੇ ਦੂਜਾ ਵੀ ਅੱਗੇ ਕਰਤਾ ਤੇ ਕਹਿੰਦੇ ਮਹਾਂਪੁਰਖ ਖੁਸ਼ ਹੋ ਕੇ ਨਾ ਉਹਨੂੰ ਗਲੇ ਲਾਇਆ ਜੀ। ਤੇ ਕਹਿੰਦੇ ਪਤਾ ਕਿਵੇਂ ਗਲੇ ਲਾਇਆ? ਉਹ ਮੈਂ ਲਾਗੇ ਪੱਖੀ ਚੱਲ ਰਿਹਾ ਹਾਂ ਤੇ ਮੈਨੂੰ ਗਲੇ ਲਾ ਕੇ ਕਹਿੰਦੇ ਇੰਜ ਲਾਇਆ ਜੀ। ਮੇਰੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ। ਜਦੋਂ ਇੱਕ ਗੁਰਮੁਖ ਮਹਾਂਪੁਰਖ ਕਿਸੇ ਨੂੰ ਗਲੇ ਲਾਵੇ ਤੇ ਬੰਦੇ ਨੂੰ ਬੜੀ ਖੁਸ਼ੀ ਹੁੰਦੀ ਹੈ, ਤੇ ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਗਲੇ ਲਾਇਆ ਉਹਨੂੰ ਕਿੰਨੀ ਖੁਸ਼ੀ ਹੋਈ ਹੋਏਗੀ ਜੀ। ਹਾਂਜੀ। ਪਕਰ ਉਠਾਏ ਲਿਓ ਘਰ ਲਾਊ, ਗੁਰੂ ਅਰਜਨ ਦੇਵ ਜੀ ਨੇ ਫੜ ਕੇ ਗਲੇ ਲਾ ਲਿਆ। ਜਥਾ ਜੋਗ ਕਰ ਲੌਕਿਕ ਰੀਤ। ਜਗਤ ਦੀ ਮਰਿਆਦਾ ਮਹਾਰਾਜ ਕਹਿਣ ਲੱਗੇ ਇਹਦੇ ਚ ਕੀ ਹੈ? ਹਾਂਜੀ। ਸਨਮਾਨਿਓ ਸਭ ਮੈਂ ਲਖ ਪ੍ਰੀਤ। ਸਾਰਿਆਂ ਦੇ ਵਿੱਚ ਬਾਬਾ ਨਰੈਣ ਦਾਸ ਜੀ ਦਾ ਸਤਿਗੁਰੂ ਜੀ ਨੇ ਸਤਿਕਾਰ ਕੀਤਾ ਸਾਰਿਆਂ ਦੇ ਵਿੱਚ। ਹਾਂਜੀ। ਹੇਰ ਹੇਰ ਸਿੱਖ ਸਭ ਬਿਸਮਾਵੇਂ। ਤੇ ਸਿੱਖ ਵੇਖ ਵੇਖ ਕੇ ਨਾ ਜੀ ਬੜੇ ਖੁਸ਼ ਹੋਏ ਜੀ, ਸਾਰੇ ਜੀ ਹੈਰਾਨ ਵੀ ਹੋਏ। ਹਾਂਜੀ। ਧੰਨ ਨਾਰਾਇਣ ਦਾਸ ਅਲਾਵੇਂ। ਤੇ ਸਿੱਖ ਹੱਥ ਜੋੜ ਕੇ ਕਹਿੰਦੇ ਨਰਾਇਣ ਦਾਸ ਤੇ ਧੰਨ ਹੈ, ਕਹਿਣ ਲੱਗੇ ਧੰਨ ਹੈ। ਹਾਂਜੀ। ਆਦਰ ਅਧਿਕ ਗੁਰੂ ਕੀਏ ਜਾਹੀ, ਲੱਗਿਓ ਗਰੇ ਇਹ ਸਮ ਕੋ ਨਾਹੀ। ਅੱਜ ਤੱਕ ਬਹੁਤ ਥੋੜੇ ਜੇ ਸਰੀਰ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਗਲੇ ਨਾਲ ਲਾਇਆ ਹੋਵੇ ਜੀ। ਗੁਰੂ ਅਰਜਨ ਸਾਹਿਬ ਨੇ ਕਿੰਨਾ ਆਦਰ ਕੀਤਾ ਇਹਦਾ, ਕਹਿਣ ਲੱਗੇ ਨਰੈਣ ਦਾਸ ਤੇ ਧਾਨੀ ਹੈ। ਇਸ ਤਰ੍ਹਾਂ ਸਾਰੇ ਸਿੱਖ ਬਚਨ ਕਰਦੇ ਆ। ਹਾਂਜੀ। ਇਮ ਮਿਲਨੀ ਕਰ ਘਰੋਂ ਸਿਧਾਰਾ, ਸ਼੍ਰੀ ਗੁਰੂ ਜਨ ਵਾਸੇ ਪਗ ਧਾਰਾ। ਇਸ ਤਰੀਕੇ ਨਾਲ ਮਿਲਣੀ ਕੀਤੀ ਗਈ ਜੀ ਤੇ ਮਹਾਰਾਜ ਫਿਰ ਜੰਝ ਘਰ ਗਏ ਜੀ, ਜਿੱਥੇ ਜੰਝ ਘਰ ਸੀਗਾ ਜੀ। ਹਾਂਜੀ। ਲਾਵਾਂ ਲੈਨ ਸਮੈ ਤਬ ਆਇਓ, ਧੇਨ ਮੂਲ ਪਾਵਨ ਦਰਸਾਇਓ। ਤੇ ਹੁਣ ਫਿਰ ਲਾਵਾਂ ਦਾ ਪ੍ਰਸੰਗ ਹੈ ਜੀ ਅੱਗੋਂ ਜੀ। ਹਾਂਜੀ। ਉਹ ਆਪਾਂ ਕੱਲ ਨੂੰ ਕਰਾਂਗੇ ਜੀ। ਨਾਲੇ ਕੱਲ ਤਿਆਰ ਸ਼ਿਆਰ ਹੋ ਕੇ ਆਇਓ ਜੀ, ਨਾਲੇ ਖਾਵਾਂਗੇ ਲੱਡੂ ਤੇ ਨਾਲੇ ਮਨਾਵਾਂਗੇ ਖੁਸ਼ੀਆਂ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਦੇ ਵਿਆਹ ਦਾ ਪ੍ਰਸੰਗ ਸੁਣਾਂਗੇ ਜੀ। ਹਾਂਜੀ। ਚੇਤਾ ਰੱਖਿਓ 2-4 ਮਿੰਟਾਂ 'ਚ ਸੰਪੂਰਨਤਾ ਹੀ ਕਰ ਦੇਣੀ ਹੈ। ਗੁਰੂ ਸਾਹਿਬ ਭਾਵਨਾ ਨੂੰ ਫਲ ਲਾਉਂਦੇ ਆ ਜੀ। ਬਾਬਾ ਨਰੈਣ ਦਾਸ ਜੀ ਦੀ ਭਾਵਨਾ ਬੜੀ ਵਧੀਆ ਜੀ, ਬੜੇ ਚੰਗੇ ਭਾਗ। ਤੇ ਬਾਬਾ ਨਰੈਣ ਦਾਸ ਜੀ ਦੇ ਘਰ ਜਿਹੜੀ ਧੀ ਜਨਮੀ ਹੈ ਨਾ, ਮਾਤਾ ਦਮੋਦਰੀ ਜੀ, ਇਹਨਾਂ ਦੇ ਵੀ ਬੜੇ ਚੰਗੇ ਭਾਗ ਜੀ। ਮਹਾਰਾਜ ਗਰੀਬ ਨਵਾਜ ਕਿਵੇਂ ਕਿਰਪਾ ਕਰਦੇ ਆ, ਉਹ ਸਾਧ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਜੋ ਸਾਰੇ ਚਾਅ ਦੇ ਨਾਲ ਉੱਥੇ ਕੀਰਤਨ ਕਰਨ ਦੇ ਆ, ਆਪਾਂ ਵੀ ਉਹ ਸ਼ਬਦ ਪੜ੍ਹ ਕੇ ਫਿਰ ਖਿਮਾ ਮੰਗੀਏ। ਗੱਜ ਕੇ ਆਖੋ ਧੰਨ ਧੰਨ ਹਮਾਰੇ ਭਾਗ, ਘਰ ਆਇਆ ਪੇਰ ਮੇਰਾ। ਭਾਗ ਘਰ ਆਇਆ ਪੇਰ ਮੇਰਾ। ਐ ਆਪਣੇ ਆਪ ਨੂੰ ਡੱਲੇ ਪਿੰਡ ਲੈ ਜਾਓ ਤੇ ਸੋਚੋ ਵੀ ਮਹਾਰਾਜ ਸਾਹਮਣੇ ਬਰਾਤ ਲੈ ਕੇ ਆਏ ਆ, ਅਸੀਂ ਉੱਥੇ ਆ। ਕਹਿਣ ਲੈ ਸੋਚੋ ਸਾਰੇ, ਨੇਤਰ ਬੰਦ ਕਰਕੇ ਜ਼ੋਰ ਲਾ ਕੇ ਸਾਰੇ ਕਹਿ ਦਿਓ ਧੰਨ ਧੰਨ ਹਮਾਰੇ ਭਾਗ, ਘਰ
ਧਨ ਧਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ। ਧਨ ਧਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ। ਧਨ ਧਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ। ਗੁਰੂ ਕਿਰਪਾ ਕਰੇ। ਸਾਧ ਸੰਗਤ ਜੀ, ਦੋ ਗੱਲਾਂ ਨੇ, ਇਹਨੂੰ ਧਿਆਨ ਨਾਲ ਸੁਣਿਓ। ਇੱਕ ਇਹ ਹੈ ਵੀ ਬਾਹਰੀ ਰੂਪ 'ਚ ਗੁਰੂ ਹਰਗੋਬਿੰਦ ਸਾਹਿਬ ਪਤੀ ਬਣ ਕੇ ਮਾਤਾ ਦਮੋਦਰੀ ਜੀ ਦੇ ਘਰ ਵਿੱਚ ਆਏ ਹਨ ਜੀ। ਪਹਿਲੀ ਗੱਲ ਇਹ ਹੈ। ਫਿਰ ਸੁਣਿਓ, ਬਾਹਰੀ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਤੀ ਬਣ ਕੇ ਮਾਤਾ ਦਮੋਦਰੀ ਜੀ ਦੇ ਘਰ ਵਿੱਚ ਆਏ ਹਨ। ਪਰ ਦੂਸਰੇ ਪਾਸੇ ਬਾਣੀ ਦੇ ਵਿੱਚ ਜਿਹੜੀ ਗੱਲ ਕੀਤੀ ਹੈ, ਅਸੀਂ ਸਾਰੀਆਂ ਹੀ ਇਸਤਰੀਆਂ ਹਾਂ। ਭਾਵੇਂ ਕੋਈ ਪੁਰਸ਼ ਹੈ ਨਾ, ਸਰੀਰ ਕਰਕੇ ਪੁਰਸ਼ ਹੈ, ਪਰ ਹੈ ਅਸੀਂ ਸਾਰੇ ਹੀ ਇਸਤਰੀ ਰੂਪ ਜੀ। ਤੇ ਭਾਵੇਂ ਇਸਤਰੀਆਂ ਨੇ ਤੇ ਭਾਵੇਂ ਪੁਰਸ਼ ਨੇ, ਮਰਦ ਹੈ ਆਪਾਂ ਜੀਵ ਰੂਪ ਇਸਤਰੀਆਂ ਜੀ। ਤੇ ਚੇਤਾ ਰੱਖਿਓ, ਸਾਡੀ ਜਿੰਦ ਦਾ ਮਾਲਕ ਵਾਹਿਗੁਰੂ ਹੈ। ਇਸਤਰੀ ਦਾ ਮਾਲਕ ਉਹਦਾ ਪਤੀ ਹੁੰਦਾ ਹੈ, ਅੰਦਰ ਦਾ ਮਾਲਕ ਵਾਹਿਗੁਰੂ ਹੈ। ਉਹਦੇ ਨਾਲ ਵੀ ਸਾਡਾ ਵਿਆਹ ਹੋਣਾ ਹੈ ਜੀ। ਤੇ ਗੁਰਮੁਖਾਂ ਦਾ, ਜਿਨ੍ਹਾਂ ਦਾ ਰੱਬ ਨਾਲ ਵਿਆਹ ਹੁੰਦਾ ਹੈ ਨਾ, ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਆ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ। ਮੇਰੇ ਘਰ ਆਏ ਰਾਜਾ ਰਾਮ ਪਿਆਰਾ। ਉਹ ਕਹਿੰਦੇ ਮੇਰੇ ਘਰ ਰੱਬ ਆਇਆ ਹੀ ਦੁੱਲਾ ਬਣ ਕੇ। ਰੱਬ ਲਾੜਾ ਨਾ ਜੀ, ਉਹਨੇ ਵਿਆਹਣਾ ਹੈ ਜੀ, ਉਹਦੇ ਨਾਲ ਵਿਆਹ ਹੋਣਾ ਜੀ। ਉਹਨਾਂ ਚਿਰ ਤੱਕ ਸਾਡੀ ਜ਼ਿੰਦਗੀ ਦਾ ਸਫ਼ਰ ਨਹੀਂ ਜੇ ਮੁੱਕਣਾ, ਜਿੰਨਾ ਚਿਰ ਤੱਕ ਰੱਬ ਨਾਲ ਵਿਆਹ ਨਾ ਹੋ ਗਿਆ ਜੀ ਸਾਡਾ ਜੀ। ਤੇ ਅਰਥ ਦੋਵੇਂ ਨੇ ਜੀ। ਇੱਕ ਹੈ ਬਾਹਰੋਂ ਆਏ ਸਤਿਗੁਰੂ, ਬਾਹਰ ਦੀ ਬਿਲਡਿੰਗ 'ਚ ਆਏ, ਘਰ 'ਚ ਆਏ, ਉਦੋਂ ਵੀ ਧੰਨ ਭਾਗ। ਇਹਦੇ ਤੋਂ ਵੀ ਉੱਤੇ ਭਾਗ ਜਦੋਂ ਇਸ ਬਿਲਡਿੰਗ ਦੇ ਵਿੱਚ ਸਤਿਗੁਰੂ ਦਾ ਚਰਨ ਪੈਂਦੇ। ਸਰੀਰ ਵੀ ਬਿਲਡਿੰਗ ਹੈ ਨਾ, ਜਦੋਂ ਇੱਥੇ ਮਹਾਰਾਜ ਦੇ ਚਰਨ ਪੈਂਦੇ ਉਦੋਂ ਹੋਰ ਵੱਡੇ ਭਾਗ। ਸੋਹੇ ਬੰਕ ਦਵਾਰ ਸਗਲਾ ਬਨ ਹਰਾ। ਕਹਿੰਦੇ ਮਾਲਕ ਆਏ ਘਰ 'ਚ, ਮੇਰੇ ਘਰ ਦੇ ਦਰਵਾਜ਼ੇ ਬਾਰੀਆਂ ਸਾਰੀਆਂ ਚੰਗੀਆਂ ਲੱਗਣ ਲੱਗ ਪਈਆਂ, ਇੱਕ ਇੱਕ ਪਾਸਾ ਹਰਾ ਭਰਿਆ ਹੋ ਗਿਆ। ਤੇ ਸੰਗਤ ਜੀ, ਜਿਹੜੇ ਅੰਦਰ ਵਾਹਿਗੁਰੂ ਜੀ ਆ ਕੇ ਵਸ ਜਾਂਦੇ ਆ, ਉਹਦੇ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਉਹ ਭਾਗਾਂ ਵਾਲਾ ਹੋ ਜਾਂਦਾ। ਉਹਦੇ ਨੇਤਰ ਸਫਲੇ, ਉਹਦੇ ਹੱਥ ਸਫਲੇ, ਉਹਦੀ ਰਸਨਾ ਸਫਲੀ, ਉਹਦੇ ਕੰਨ ਸਫਲੇ, ਜਿਹਨੂੰ ਮਹਾਰਾਜ ਕਹਿੰਦੇ ਸਫਲ ਦੇ ਨਾਨਕ ਹਰ ਹਰ ਨਾਮ ਲਏ। ਉਹਦਾ ਸਰੀਰ ਸਫਲਾ ਹੋ ਜਾਂਦਾ ਜੀ। ਆਓ ਇਹ ਪੰਕਤੀ ਪੜ੍ਹ ਲਓ, ਫਿਰ ਖਿਮਾ ਮੰਗੀਏ। ਧੰਨ ਧੰਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ। ਧੰਨ ਧੰਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ। ਗਰੀਬ ਨਵਾਜ ਕਿਰਪਾ ਕਰਨ, ਕੱਲ ਤਿਆਰੀ ਵਿੱਚ ਆਇਓ।
ਕੱਲ ਵਿਆਹ ਵਾਲਾ ਪ੍ਰਸੰਗ ਹੋਣਾ ਤੇ ਸਾਰੀਆਂ ਸੰਗਤਾਂ ਖੂਬ ਤਿਆਰੀ ਚ ਆਇਓ, ਸੱਜ ਧੱਜ ਕੇ ਆਇਓ ਜਿਵੇਂ ਵਿਆਹ ਦੇ ਵਿੱਚ ਜਾਈਦਾ ਹੈ ਜੀ। ਮਹਾਰਾਜ ਕਿਰਪਾ ਕਰਨ ਸਾਡੇ ਅੰਦਰ ਦਾ ਵਿਆਹ ਵਾਹਿਗੁਰੂ ਜੀ ਦੇ ਨਾਲ ਹੋਵੇ। ਸਤਿਗੁਰੂ ਸਾਡੇ ਤੇ ਐਸੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਆਪ ਵੀ ਆਇਓ ਤੇ ਹੋਰ ਸੰਗਤਾਂ ਨੂੰ ਵੀ ਲੈ ਕੇ ਆਇਓ ਜੀ। ਹਾਂਜੀ, ਮੇਰੇ ਖਿਆਲ ਨਾਲ ਇੰਨੇ ਚਾਅ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਕਥਾ ਪਹਿਲੀ ਵਾਰੀ ਸੁਣੀ ਹੋਣੀ ਹੈ ਜੀ। ਇੱਕ ਵਾਰੀ ਪਹਿਲਾਂ ਦਸਵੇਂ ਪਾਤਸ਼ਾਹ ਦੇ ਵਿਆਹ ਦੀ ਕਥਾ ਜਿਹੜੀ ਹੈ ਉਹ ਸੰਗਤ ਨੇ ਬੜੇ ਚਾਅ ਨਾਲ ਸੁਣੀ ਸੀਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਕੱਲ੍ਹ ਆਪਾਂ ਮਹਾਰਾਜ ਜੀ ਦਾ ਵਿਆਹ ਪੁਰਬ ਮਨਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।